ਬਦਲੇਗੀ ਜ਼ਿੰਦਗੀ। ਅਸੀਂ ਆਪਣੀ ਜ਼ਿੰਦਗੀ ਨੂੰ ਆਪ ਬਦਲਾਂਗੇ। ਸਤਿਗੁਰੂ ਨੇ ਸਾਨੂੰ ਸਮਝ ਦਿੱਤੀ ਹੈ ਕਿ ਆਪਣੀ ਜ਼ਿੰਦਗੀ 'ਚ ਖੁਸ਼ੀਆਂ ਹੀ ਖੁਸ਼ੀਆਂ ਮੰਨਣੀਆਂ ਨੇ। ਆਪਣੀ ਜ਼ਿੰਦਗੀ 'ਚ ਆਨੰਦ ਹੀ ਆਨੰਦ ਮੰਨਣਾ ਹੈ, ਔਰ ਮੰਨਣਾ ਹੈ ਕਿ ਇਹਨੂੰ ਭੋਗਣਾ ਵੀ ਹੈ। ਕਿ ਪਰਮਾਤਮਾ ਆਪ ਦੀ ਕਿਰਪਾ ਨਾਲ ਇਨਸਾਨੀ ਜਾਮਾ ਮਿਲਿਆ ਹੈ, ਔਰ ਇਸ ਇਨਸਾਨੀ ਜਾਮੇ ਦੇ ਵਿੱਚ ਅਸੀਂ ਸੁਣਦੇ ਪਏ ਹਾਂ ਕਿ ਆਪਣੇ ਕਰਮਾਂ ਦਾ ਹਿਸਾਬ ਦੇ ਨਾਲ ਜ਼ਿੰਦਗੀ ਭੋਗਣੀ ਹੈ। ਦੂਜੇ ਪਾਸੇ ਇਹ ਵੀ ਮੰਨਦੇ ਹਾਂ, ਦੇਖਦੇ ਹਾਂ ਕਿ ਕਈ ਜ਼ਿੰਦਗੀ ਦੇ ਕਰਮਾਂ ਦਾ ਹਿਸਾਬ, ਕਈ ਜਨਮਾਂ ਦਾ ਹਿਸਾਬ ਸਾਨੂੰ ਇਸ ਜਨਮ ਵਿੱਚ ਦੇਣਾ ਪਏਗਾ। ਹਰ ਬੰਦਾ ਪਰੇਸ਼ਾਨ ਹੈ ਕਿ ਮੈਂ ਤੇ ਭੈੜਾ ਕੀਤਾ ਨਹੀਂ, ਮੈਨੂੰ ਕਿਉਂ ਭੋਗਣਾ ਪੈ ਰਿਹਾ ਹੈ। ਐਸੇ ਵਿਚਾਰ ਆਉਂਦੇ ਨੇ, ਔਰ ਇਹਨਾਂ ਵਿਚਾਰਾਂ ਨੂੰ ਕੱਟਣ ਵਾਸਤੇ ਕਿਹਾ ਜਾਂਦਾ ਹੈ, ਸਾਖੀਆਂ ਕਹਿੰਦੀਆਂ ਨੇ ਕਿ ਇਸ ਜਨਮ ਦੇ ਵਿੱਚ ਪਿਛਲੇ ਕਈ ਜਨਮਾਂ ਦਾ ਹਿਸਾਬ ਸਾਨੂੰ ਦੇਣਾ ਪਏਗਾ। ਕਈ ਸਾਖੀਆਂ ਦੇ ਵਿੱਚ ਸੁਣਦੇ ਵੀ ਹਾਂ ਕਿ ਇਹ ਦੁੱਖ ਬੰਦੇ ਨੇ ਤਾਂ ਭੋਗਿਆ ਕਿ ਉਸ ਜਨਮ ਵਿੱਚ ਇਹ ਕੀਤਾ ਸੀ। ਕਈ ਵਿਚਾਰਕ ਕਹਿੰਦੇ ਵੀ ਨੇ ਕਿ ਦੇਖੋ, ਤੁਸੀਂ ਇੱਕ ਬੰਦੇ ਨੂੰ ਨਹੀਂ ਜਾਣਦੇ ਹੋ, ਤੁਹਾਡੇ ਕੋਲ ਆਉਂਦਾ ਹੈ, ਤੁਹਾਨੂੰ ਬੜਾ ਚੰਗਾ ਲੱਗਦਾ ਹੈ, ਤੁਹਾਡਾ ਦਿਲ ਕਰਦਾ ਉਹਦੇ ਨਾਲ ਗੱਲਬਾਤ ਕਰਾਂ। ਔਰ ਕੁਝ ਵੀਰ ਭੈਣ ਭਰਾ ਐਸੇ ਰਿਸ਼ਤੇਦਾਰ ਵੀ ਹੁੰਦੇ ਨੇ, ਮਗਰ ਉਹਨਾਂ ਨੂੰ ਦੇਖਦਿਆਂ ਹੀ ਇੱਕ ਨਫ਼ਰਤ ਜੀ ਆ ਜਾਂਦੀ ਹੈ, ਗੁੱਸਾ ਆ ਜਾਂਦਾ ਹੈ ਕਿ ਸਾਡੇ ਕਈ ਜਨਮਾਂ ਦਾ ਹਿਸਾਬ ਕਿਤਾਬ ਸਾਡੇ ਕੋਲ ਖੜਾ ਹੁੰਦਾ ਹੈ, ਸਾਨੂੰ ਨਜ਼ਰ ਨਹੀਂ ਆਉਂਦਾ। ਅਸੀਂ ਆਪਣੀਆਂ ਅੱਖਾਂ ਦੇ ਨਾਲ ਨਾਮ ਦੀ ਅੱਖ ਵੀ ਲਗਾਣੀ ਹੈ, ਔਰ ਇੰਨਾ ਪਿਆਰ ਲੈ ਆਣਾ ਹੈ ਕਿ ਪਰਮਾਤਮਾ ਨੂੰ ਸਾਡੇ ਸਾਰੇ ਲੇਖੇ ਚੋਖੇ ਫਾੜਨੇ ਪੈ ਜਾਣ। ਐਸੀ ਜ਼ਿੰਦਗੀ ਜੀਣੀ ਹੈ ਕਿ ਜਿਹਦੇ 'ਚ ਸਿਰਫ ਆਨੰਦ ਹੀ ਆਨੰਦ ਹੋਵੇ, ਜਿਹਦੇ 'ਚ ਖੁਸ਼ੀਆਂ ਹੀ ਖੁਸ਼ੀਆਂ ਹੋਣ। ਇਹ ਜ਼ਿੰਦਗੀ ਜੀਣ ਵਾਸਤੇ ਸਾਨੂੰ ਕੁਝ ਸਿੱਖਣਾ ਪਏਗਾ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਚੰਗਾ ਹੀ ਚੰਗਾ ਕਰੀਏ। ਆਪਣੀ ਜ਼ਿੰਦਗੀ ਵਿੱਚ ਦੇਣ ਦੀ ਆਦਤ ਵੀ ਪਾ ਲਈਏ ਕਿ ਸਾਨੂੰ ਕੁਝ ਨਾ ਕੁਝ ਦੇਣਾ ਪਏਗਾ। ਸਮੇਂ ਦੇਣਾ ਪਏਗਾ, ਧਨ ਦੌਲਤ ਦੇਣੀ ਪਏਗੀ, ਪਿਆਰ ਦੇਣਾ ਪਏਗਾ। ਜੋ ਜੋ ਸਾਨੂੰ ਆਪਣਾ ਨਜ਼ਰ ਆਉਂਦਾ ਹੈ ਉਹ ਸਭ ਵੰਡਣਾ ਪਏਗਾ। ਸਮਾਜ ਦੇ ਵਿੱਚ ਜ਼ਰੂਰਤਮੰਦਾਂ ਦੇ ਵਿੱਚ ਜੋ ਅਸੀਂ ਵੱਧ ਚੜ ਕੇ ਸੇਵਾ ਕਰ ਸਕਦੇ ਹਾਂ, ਉਹ ਸੇਵਾ ਸਾਨੂੰ ਕਰਨੀ ਪਏਗੀ, ਮਰਿਆਦਾ ਵਿੱਚ ਰਹਿ ਕੇ। ਇਹਦਾ ਗਲਤ ਮਤਲਬ ਨਾ ਕੱਢਣਾ। ਹਰ ਚੀਜ਼ ਚੰਗੀ ਲੱਗਦੀ ਹੈ, ਮਰਿਆਦਾ ਵਿੱਚ ਰਹਿ ਕੇ ਕਰੋ, ਔਰ ਮਰਿਆਦਾ ਦੇ ਨਾਲ ਕੀਤਾ ਹੋਇਆ ਕੰਮ ਸਾਡਾ ਲੇਖੇ ਵੀ ਲੱਗਦਾ ਹੈ। ਸਾਡਾ ਵਿਚਾਰ ਹੈ, ਸਾਡੀ ਸੋਚ ਹੈ ਕਿ ਅਸੀਂ ਆਪਣੀ ਜ਼ਿੰਦਗੀ ਬਦਲਣੀ ਹੈ। ਇਹ ਵੀ ਸਾਡੇ ਵਾਸਤੇ ਇੱਕ ਮਿਸ਼ਨ ਹੈ ਕਿ ਜਦ ਤੱਕ ਜਿੰਦਾ ਵਾਂ ਤਦ ਤੱਕ ਖੁਸ਼ੀਆਂ ਦੇ ਨਾਲ ਜ਼ਿੰਦਗੀ ਜੀਏ। ਜਦ ਤੱਕ ਜਿੰਦੇ ਹਾਂ ਆਨੰਦ ਹੀ ਆਨੰਦ ਹੋਵੇ। ਸਾਡੀ ਜ਼ਿੰਦਗੀ 'ਚ ਕੁਝ ਕਾਲਖ ਨਾ ਪੋਤੀ ਚਲੀ ਜਾਏ। ਇੱਕ ਵਿਚਾਰ ਆਇਆ, ਇੱਕ ਸਾਖੀ ਆ ਗਈ ਕਿ ਇੱਕ ਬੀਬੀ ਰੋਜ਼ ਸੈਰ ਤੇ ਜਾਂਦੀ ਹੈ ਤੇ ਬਾਬਾ ਜੀ ਵੀ ਸੈਰ ਤੇ ਜਾਂਦੇ ਨੇ। ਬੀਬੀ ਆਪਣੇ ਕੁੱਤੇ ਨੂੰ ਘੁਮਾਉਂਦੀ ਹੈ ਤੇ ਰੋਜ਼ ਬਾਬਾ ਜੀ ਨਾਲ ਇੱਕ ਸਵਾਲ ਕਰ ਦਿੰਦੀ ਹੈ ਕਿ ਬਾਬਾ ਜੀ ਅੱਜ ਤੇ ਦੱਸ ਦਿਓ, ਮੇਰੇ ਕੁੱਤੇ ਦੀ ਪੂਛ ਜ਼ਿਆਦਾ ਚਿੱਟੀ ਹੈ ਜਾਂ ਤੁਹਾਡੀ ਦਾੜੀ ਚਿੱਟੀ ਹੈ। ਬਾਬਾ ਜੀ ਹੱਸ ਕੇ ਕਹਿੰਦੇ, ਸਮੇਂ ਆਏਗਾ ਬੱਚੇ, ਜ਼ਰੂਰ ਦੱਸਾਂਗੇ। ਜਦੋਂ ਬਾਬਾ ਜੀ ਦਾ ਸਮੇਂ ਨਜ਼ਦੀਕ ਆ ਗਿਆ ਕਿ ਇਸ ਦੁਨੀਆ ਤੋਂ ਚਲਾਣਾ ਕਰਨਾ ਹੈ, ਸਮਝ ਆਈ ਉਹਨਾਂ ਨੂੰ, ਉਸ ਬੱਚੇ ਨੂੰ ਬੁਲਾ ਕੇ ਕਹਿੰਦੇ, ਬੇਟਾ ਮੈਂ ਤੈਨੂੰ ਅੱਜ ਕਹਿ ਸਕਦਾ ਹਾਂ ਕਿ ਮੇਰੀ ਦਾੜੀ ਜ਼ਿਆਦਾ ਚਿੱਟੀ ਹੈ।
ਬੱਚੀ ਕਿਹਾ, ਮਹਾਰਾਜ ਜੀ ਤੁਸੀਂ ਪਹਿਲਾਂ ਵੀ ਕਹਿ ਸਕਦੇ ਸੋ। ਕਿ ਨਹੀਂ ਬੱਚਿਆ, ਮੈਂ ਪਹਿਲਾਂ ਇਸ ਵਾਸਤੇ ਨਹੀਂ ਕਹਿ ਸਕਦਾ ਸੀ, ਮੈਂ ਤੇ ਰੋਜ਼ ਕਰਮ ਕਰਦਾ ਵਾਂ, ਰੋਜ਼ ਜ਼ਿੰਦਗੀ ਜੀ ਰਿਹਾ ਸਾਂ, ਕਿਤੇ ਕੋਈ ਕਾਲਕ ਆਪਣੀ ਦਾੜੀ ਤੇ ਨਾ ਮਲ ਲਵਾਂ, ਕੋਈ ਐਸੇ ਕਰਮ ਨਾ ਕਰਾਂ ਜਿਹਦੇ ਨਾਲ ਮੇਰੀ ਦਾੜੀ ਸ਼ਰਮਸਾਰ ਹੋ ਜਾਏ, ਕਾਲੀ ਹੋ ਜਾਏ, ਤੇ ਤੇਰੇ ਕੁੱਤੇ ਦੀ ਪੂਛ ਜ਼ਿਆਦਾ ਚਿੱਟੀ ਨਾ ਹੋ ਜਾਏ। ਮਗਰ ਹੁਣ ਮੇਰੇ ਕਰਮਾਂ ਦਾ ਹਿਸਾਬ ਦਾ ਅੰਤ ਆ ਗਿਆ ਹੈ, ਮੈਂ ਕਰਮ ਨਹੀਂ ਕਰਨੇ, ਮੈਂ ਦੁਨੀਆ ਤੋਂ ਚਲੇ ਜਾਣਾ ਹੈ, ਤੇ ਅੱਜ ਕਹਿ ਸਕਦਾ ਕਿ ਦਾੜੀ ਚਿੱਟੀ ਹੈ। ਇਸ ਸਾਖੀ ਤੋਂ ਭਾਵ ਹੈ ਕਿ ਜ਼ਿੰਦਗੀ ਦੇ ਅੰਦਰ ਅਸੀਂ ਹਸੀਨਤਾ ਦੇ ਨਾਲ, ਪਿਆਰ ਦੇ ਨਾਲ ਜ਼ਿੰਦਗੀ ਜੀਣੀ ਹੈ, ਔਰ ਇਸ ਜ਼ਿੰਦਗੀ ਦੇ ਅੰਦਰ ਬਹੁਤ ਸਾਰੀਆਂ ਖੁਸ਼ੀਆਂ ਲੈਣੀਆਂ ਨੇ, ਦੇਣੀਆਂ ਵੀ ਨੇ ਔਰ ਲੈਣੀਆਂ ਵੀ ਨੇ, ਕਿਉਂਕਿ ਆਪਣਾ ਕੀਤਾ ਆਪੇ ਹੀ ਪਾਵਨਾ, ਗੁਰਬਾਣੀ ਕਹਿੰਦੀ ਹੈ। ਤੇ ਅਸੀਂ ਕਰਨਾ ਕੀ ਹੈ? ਅਸੀਂ ਵੰਡਣਾ ਹੈ। ਜੋ ਜੋ ਅਸੀਂ ਚਾਹੁੰਦੇ ਹਾਂ ਸਾਨੂੰ ਮਿਲੇ, ਉਹ ਸਾਨੂੰ ਵੰਡਣਾ ਵੀ ਪਏਗਾ। ਸਾਨੂੰ ਜ਼ਿੰਦਗੀ ਬਹੁਤ ਸੋਹਣੀ ਜੀਣ ਵਾਸਤੇ ਆਪਣੀ ਸੋਚ ਬਦਲਣੀ ਪਏਗੀ। ਸਾਨੂੰ ਆਪਣਾ ਸਰੀਰ ਠੀਕ ਰੱਖਣਾ ਪਏਗਾ, ਕਿਉਂਕਿ ਸਰੀਰ ਦੇ ਅੰਦਰ ਵੀ ਅਸੀਂ ਹਰ ਟਾਈਮ ਖਾਣਾ ਪਾਈ ਜਾਂਦੇ ਹਾਂ, ਇਹ ਸਾਡੇ ਸਰੀਰ ਨੂੰ ਬਿਮਾਰ ਕਰ ਦਿੰਦਾ ਹੈ। ਸਾਰੇ ਕਰਮ ਬਾਹਰ ਨੇ, ਮਗਰ ਸੋਚ ਅੰਦਰ ਲੈ ਜਾਂਦੇ ਹਾਂ, ਦਿਮਾਗ ਨੂੰ ਬਿਮਾਰ ਕਰ ਦਿੰਦੇ ਹਾਂ। ਤੇ ਜ਼ਿੰਦਗੀ ਬਦਲਣ ਵਾਸਤੇ ਸਾਨੂੰ ਸੋਚ ਠੀਕ ਕਰਨੀ ਪਏਗੀ, ਆਪਣਾ ਖਾਣ ਪਾਣ ਠੀਕ ਕਰਨਾ ਪਏਗਾ, ਆਪਣੇ ਮਿੱਤਰ ਯਾਰ ਦੋਸਤਾਂ ਦੇ ਨਾਲ ਜੋ ਸਾਡੇ ਰਿਸ਼ਤੇ ਨੇ ਉਹ ਵੀ ਠੀਕ ਕਰਨੇ ਪੈਣਗੇ। ਸਾਨੂੰ ਹਰ ਪਲ ਦੇ ਵਿੱਚ ਜਿੰਨੀਆਂ ਸਾਡੀ ਜ਼ਿੰਦਗੀ ਦੀ ਇੱਕ ਲਿਸਟ ਹੈ, ਉਹਨੂੰ ਠੀਕ ਕਰਨਾ ਪਏਗਾ, ਕਿ ਜਦ ਸਾਰਾ ਕੁਝ ਠੀਕ ਹੁੰਦਾ ਚਲਾ ਜਾਏਗਾ, ਸਾਡੀ ਜ਼ਿੰਦਗੀ ਬਦਲਦੀ ਚਲੀ ਜਾਏਗੀ, ਜ਼ਿੰਦਗੀ ਵਿੱਚ ਖੁਸ਼ੀਆਂ ਮਿਲਦੀਆਂ ਚਲੀਆਂ ਜਾਣਗੀਆਂ। ਸਤਿਗੁਰੂ ਸਾਨੂੰ ਕਿਰਪਾ ਕਰੇ, ਇਹ ਜ਼ਿੰਦਗੀ ਨੂੰ ਠੀਕ ਕਰਨ ਵਾਸਤੇ ਰੋਜ਼ ਇੱਕ ਇੱਕ ਚੀਜ਼ ਨੂੰ ਪਕੜੀਏ ਕਿ ਆਪਣੀ ਸੋਚ ਕਿੱਦਾਂ ਠੀਕ ਕਰਨੀ ਹੈ, ਆਪਣੇ ਆਪ ਨੂੰ ਟੈਨਸ਼ਨ ਮੁਕਤ ਕਿਸ ਤਰ੍ਹਾਂ ਕਰਨਾ ਹੈ, ਆਪਣੇ ਆਪ ਨੂੰ ਪੈਸੇ ਦੀ ਜਿਹੜੀ ਕਮੀ ਹੈ ਉਹਨੂੰ ਦੂਰ ਕਿਸ ਤਰ੍ਹਾਂ ਕਰਨਾ ਹੈ, ਆਪਣੇ ਬੱਚਿਆਂ ਦੇ ਨਾਲ ਸਾਡਾ ਵਿਵਹਾਰ ਠੀਕ ਕਿਸ ਤਰ੍ਹਾਂ ਹੋਣਾ ਹੈ, ਸਾਡੇ ਕਾਰੋਬਾਰ ਠੀਕ ਕਿਸ ਤਰ੍ਹਾਂ ਹੋਣੇ ਨੇ। ਬਹੁਤ ਸਾਰੀਆਂ ਚੀਜ਼ਾਂ ਨੂੰ ਸਾਨੂੰ ਠੀਕ ਕਰਨਾ ਪਏਗਾ, ਔਰ ਉਹਦੇ ਵਾਸਤੇ ਕਦਮ ਅੱਗੇ ਰੋਜ਼ ਸਾਨੂੰ ਵਧਣਾ ਪਏਗਾ ਕਿ ਪਰਮਾਤਮਾ ਸਾਡੇ ਤੇ ਰਹਿਮ ਭਰਿਆ ਹੱਥ ਰੱਖੋ, ਸਾਨੂੰ ਸਮੱਤ ਆ ਸਕੇ, ਸਾਡੇ ਵਿੱਚ ਇੰਨੀ ਤਾਕਤ ਆ ਸਕੇ, ਅਸੀਂ ਸੱਚ ਨੂੰ ਸੱਚ ਮੰਨ ਲਈਏ। ਕਿਉਂਕਿ ਜਦੋਂ ਤੱਕ ਅਸੀਂ ਸੱਚ ਨੂੰ ਸੱਚ ਨਹੀਂ ਮੰਨਦੇ, ਅਸੀਂ ਆਪਣੇ ਆਪ ਨੂੰ ਝੂਠ ਦੀ ਜ਼ਿੰਦਗੀ ਜੀਂਦੇ ਹਾਂ, ਤੇ ਝੂਠ ਦੀ ਜ਼ਿੰਦਗੀ ਜਿਹੜੀ ਹੈ ਸਾਡੇ ਵਾਸਤੇ ਨੁਕਸਾਨਦਾਇਕ ਹੈ। ਆਪਣੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ, ਰੋਜ਼ ਆਪਣੇ ਆਪ ਨੂੰ ਤਿਆਰ ਕਰਨਾ ਪਏਗਾ ਸਾਨੂੰ ਇਸ ਮਿਸ਼ਨ ਤੇ ਚੱਲਣ ਵਾਸਤੇ, ਕਿ ਅਸੀਂ ਆਪਣੀ ਜ਼ਿੰਦਗੀ ਨੂੰ ਬਦਲੀਏ, ਕਿ ਉਸ ਜ਼ਿੰਦਗੀ ਦੇ ਵਿੱਚ ਜੋ ਦੁੱਖਮय ਲੱਗ ਰਹੀ ਹੈ ਇਹ ਖੁਸ਼ੀਆਂ ਭਰੀ ਹੋ ਜਾਏ, ਇੰਨੀ ਹਸੀਨ ਹੋ ਜਾਏ ਕਿ ਸਾਨੂੰ ਇਨਸਾਨੀ ਜਾਮੇ ਵਿੱਚ ਆਉਣ ਦਾ ਪੂਰੇ ਤਰੀਕੇ ਨਾਲ ਗਿਆਨ ਹੋਵੇ, ਕਿ ਅਸੀਂ ਇਨਸਾਨੀ ਜਾਮੇ 'ਚ ਬੈਠ ਕੇ ਕੀ ਚੀਜ਼ਾਂ ਨੂੰ ਪੂਰਨ ਕਰਨਾ ਹੈ। ਸਤਿਗੁਰੂ ਸਾਨੂੰ ਇਸ ਮਿਸ਼ਨ ਤੇ ਕਾਮਯਾਬ ਕਰਾਏ, ਸਤਿਗੁਰੂ ਸਾਡੇ ਤੇ ਕਿਰਪਾ ਕਰੇ ਕਿ ਅਸੀਂ ਆਪਣਾ ਲੋਕ ਸੁਖੀ ਪਰਲੋਕ ਸੁਹੇਲਾ ਕਰ ਸਕੀਏ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ।